ਵੈਲਕਮ ਸਟੂਡੈਂਟਸ। ਅੱਜ ਅਸੀਂ ਸੋਸ਼ਲ ਸਟੱਡੀਜ਼ ਦੇ ਪਾਰਟ ਜੋਗ੍ਰਾਫੀ ਭੂਗੋਲ ਇਹਦੇ ਕੁਝ ਜਿਹੜੇ ਵਨ ਵਰਡ ਕੁਐਸਚਨ ਆਨਸਰ ਨੇ ਉਹ ਅਸੀਂ ਕਰਾਂਗੇ। ਵਨ ਵਰਡ ਕੁਐਸਚਨ ਆਨਸਰ ਲਰਨ ਕਰਨੇ ਸੌਖੇ ਨੇ ਕਿਉਂਕਿ ਸਾਨੂੰ ਕਲੀਅਰ ਕੱਟ ਆਨਸਰ ਯਾਦ ਹੋ ਜਾਂਦਾ ਏ। ਸੰਸਾਰ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਭਾਗ ਭਾਰਤ ਦੇ ਹਿੱਸੇ ਆਉਂਦਾ ਹੈ? 2.2%। ਖੇਤਰਫਲ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ? ਰੂਸ। ਗਲੋਬ ਤੇ ਭਾਰਤ ਦੇ ਵਿਚਕਾਰਾਂ ਦੀ ਸਥਿਤੀ ਲਿਖੋ। ਉੱਤਰੀ ਗੋਲਾਰਧ ਵਿੱਚ 8 ਡਿਗਰੀ 0.4 ਅਕਸ਼ਾਂਸ਼ ਤੋਂ ਲੈ ਕੇ 37 ਡਿਗਰੀ 0.6 ਅਕਸ਼ਾਂਸ਼ ਤੱਕ। ਭਾਰਤ ਦੀ ਪ੍ਰਮਾਣਿਕ ਰੇਖਾ ਦੀ ਦੇਸ਼ਾਂਤਰ ਰੇਖਾ ਕਿਹੜੀ ਮੰਨੀ ਗਈ ਹੈ? 82 ਡਿਗਰੀ 0.30 ਪੂਰਬ। ਭਾਰਤ ਦੀ ਥਲ ਸੀਮਾ ਦੀ ਲੰਬਾਈ ਕਿੰਨੀ ਹੈ? 15,200 ਕਿਲੋਮੀਟਰ। ਭਾਰਤ ਦੀ ਤੱਟ ਰੇਖਾ ਦੀ ਲੰਬਾਈ ਕਿੰਨੀ ਹੈ? 7,516 ਕਿਲੋਮੀਟਰ। ਸਾਰਕ ਕਿੰਨੇ ਦੇਸ਼ਾਂ ਦਾ ਸੰਘ ਹੈ? 8 ਦੇਸ਼ਾਂ ਦਾ। ਪੰਜਾਬ ਦਾ ਖੇਤਰਫਲ ਕਿੰਨਾ ਹੈ? 50,362 ਵਰਗ ਕਿਲੋਮੀਟਰ। ਗਲੋਬ ਤੇ ਪੰਜਾਬ ਦੇ ਵਿਚਕਾਰਾਂ ਦੀ ਸਥਿਤੀ ਲਿਖੋ। ਗਲੋਬ ਤੇ ਪੰਜਾਬ ਦੇ ਜਿਹੜੇ ਵਿਚਕਾਰ ਨੇ ਕੀ ਸਥਿਤੀ ਹੈ ਉਹਦੇ? ਉੱਤਰੀ ਗੋਲਾਰਧ ਵਿੱਚ 29 ਡਿਗਰੀ 0.30 ਵਿਚਕਾਰ ਤੋਂ ਲੈ ਕੇ 32 ਡਿਗਰੀ 0.32 ਵਿਚਕਾਰ ਤੱਕ ਹੈ। ਖੇਤਰਫਲ ਪੱਖੋਂ ਪੰਜਾਬ ਭਾਰਤ ਦੇ 29 ਰਾਜਾਂ ਵਿੱਚੋਂ ਕਿੰਨਵੇਂ ਸਥਾਨ 'ਤੇ ਹੈ? 20ਵੇਂ ਨੰਬਰ 'ਤੇ। ਫਰੀਦਕੋਟ ਜ਼ਿਲ੍ਹੇ ਦਾ ਨਾਂ ਕਿਹੜੇ ਸੂਫੀ ਸੰਤ ਦੇ ਨਾਂ 'ਤੇ ਰੱਖਿਆ ਗਿਆ? ਬਾਬਾ ਫਰੀਦ। ਲੁਧਿਆਣਾ ਸ਼ਹਿਰ ਕਿਹੜੇ ਵੰਸ਼ ਦੇ ਸ਼ਾਸਕਾਂ ਨੇ ਵਸਾਇਆ? ਲੋਧੀ ਵੰਸ਼। ਮੋਹਾਲੀ ਜ਼ਿਲ੍ਹਾ ਕਦੋਂ ਹੋਂਦ ਵਿੱਚ ਆਇਆ? 2006 ਦੇ ਵਿੱਚ। ਘਨੌਰ, ਰਾਜਪੁਰਾ, ਨਾਭਾ, ਭੁੰਨਰਹੇੜੀ, ਪਾਤੜਾਂ ਕਿਹੜੇ ਜ਼ਿਲ੍ਹੇ ਦੇ ਵਿਕਾਸ ਖੰਡ ਹਨ? ਪਟਿਆਲਾ ਦੇ। ਬਸੀ ਪਠਾਣਾ ਕਿਹੜੇ ਜ਼ਿਲ੍ਹੇ ਦੀ ਤਹਿਸੀਲ ਹੈ? ਫਤਿਹਗੜ੍ਹ ਸਾਹਿਬ। ਚਿੱਟੇ ਸੋਨੇ ਕਪਾਹ ਦੀ ਭੂਮੀ ਕਿਹੜੇ ਜ਼ਿਲ੍ਹੇ ਨੂੰ ਕਿਹਾ ਜਾਂਦਾ ਹੈ? ਮਾਨਸਾ ਨੂੰ। ਗਿਆਨ ਦੀ ਉਹ ਸ਼ਾਖਾ ਜਿਸ ਵਿੱਚ ਭੂ ਆਕ੍ਰਿਤੀਆਂ ਦਾ ਨਿਰਮਾਣ ਅਤੇ ਉਹਨਾਂ ਦੇ ਨਿਰਮਾਣ ਲਈ ਜ਼ਿੰਮੇਵਾਰ ਕਾਰਕਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹਨ? ਭੂ ਆਕ੍ਰਿਤੀ ਵਿਗਿਆਨ। ਭਾਰਤ ਦਾ ਮੈਦਾਨੀ ਭਾਗ ਕਿੰਨੇ ਪ੍ਰਤੀਸ਼ਤ ਹੈ? 43%। ਟਰਾਂਸ ਹਿਮਾਲਿਆ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਤਿੱਬਤੀ ਹਿਮਾਲਿਆ। ਬੜਾ ਲੈਚਾ ਲਾ ਅਤੇ ਸ਼ਿਪਕਲਾ ਦਰੇ ਕਿਸ ਪ੍ਰਾਂਤ ਵਿੱਚ ਸਥਿਤ ਹਨ? ਹਿਮਾਚਲ ਪ੍ਰਦੇਸ਼ ਵਿੱਚ। ਭਾਰਤ ਦੇ ਪੂਰਬ ਵਿੱਚ ਲੱਗਦੇ ਸਾਗਰ ਦਾ ਕੀ ਨਾਂ ਹੈ? ਬੰਗਾਲ ਦੀ ਖਾੜੀ। ਪੰਜਾਬ ਵਿੱਚ ਖਾਦਰ ਦੇ ਮੈਦਾਨਾਂ ਨੂੰ ਕੀ ਕਹਿੰਦੇ ਹਨ? ਬੇਟ। ਪੰਜਾਬ ਅਤੇ ਹਰਿਆਣਾ ਦੇ ਮੈਦਾਨਾਂ ਦਾ ਕੁੱਲ ਖੇਤਰਫਲ ਕਿੰਨਾ ਹੈ? 1.75 ਲੱਖ ਵਰਗ ਕਿਲੋਮੀਟਰ। ਅਰਾਵਲੀ ਪਰਬਤ ਸ਼੍ਰੇਣੀ ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਂ ਹੈ? ਗੁਰੂ ਸ਼ਿਖਰ। ਇਹ ਹੈ 1722 ਮੀਟਰ। ਕ੍ਰਿਸ਼ਨਾ ਨਦੀ ਦੇ ਡੈਲਟੇ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦੇ ਪੂਰਬੀ ਮੈਦਾਨਾਂ ਨੂੰ ਕੀ ਕਹਿੰਦੇ ਹਨ? ਕੋਰੋਮੰਡਲ। ਪੰਜਾਬ ਦੇ ਦੱਖਣ ਪੱਛਮ ਵਿੱਚ ਧਰਾਤਲ ਦਾ ਕਿਹੜਾ ਰੂਪ ਪਾਇਆ ਜਾਂਦਾ ਹੈ? ਮਾਰੂਥਲ। ਬਿਆਸ ਅਤੇ ਸਤਲੁਜ ਦਰਿਆਵਾਂ ਵਿਚਕਾਰ ਪੈਂਦੇ ਨੀਮ ਪਹਾੜੀ ਇਲਾਕੇ ਨੂੰ ਕਿਹੜੇ ਸ਼ਿਵਾਲਿਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ? ਹੁਸ਼ਿਆਰਪੁਰ ਸ਼ਿਵਾਲਿਕ। ਪੰਜਾਬ ਦੇ ਸ਼ਿਵਾਲਿਕ ਪਹਾੜਾਂ ਦੇ ਪੱਛਮ ਵੱਲ ਅਤੇ ਰੂਪਨਗਰ ਦੇ ਜ਼ਿਲ੍ਹੇ ਦੇ ਨੂਰਪੁਰ ਬੇਦੀ ਦੇ ਤਹਿਸੀਲ ਦੇ ਪੂਰਬ ਵੱਲ ਕੱਟੇ ਵੱਡੇ ਲਹਿਰਦਾਰ ਮੈਦਾਨਾਂ ਨੂੰ ਸਥਾਨਕ ਭਾਸ਼ਾ ਵਿੱਚ ਕੀ ਕਹਿੰਦੇ ਹਨ? ਕੰਢੀ ਖੇਤਰ। ਅਨੰਦਪੁਰ ਸਾਹਿਬ ਨੇੜੇ ਪੈਂਦੇ ਕੰਢੀ ਖੇਤਰ ਨੂੰ ਕੀ ਕਹਿੰਦੇ ਹਨ? ਚੰਗਰ। ਪੰਜਾਬ ਦੇ ਦੱਖਣ ਪੂਰਬ ਵਿੱਚ ਘੱਗਰ ਨਦੀ ਦੁਆਰਾ ਨਿਰਮਾਣ ਕੀਤੇ ਗਏ ਜਲੌਢੀ ਮੈਦਾਨਾਂ ਨੂੰ ਸਥਾਨਕ ਭਾਸ਼ਾ ਵਿੱਚ ਕੀ ਕਹਿੰਦੇ ਹਨ? ਨੈਲੀ। ਪੰਜਾਬ ਦੇ ਮੈਦਾਨ ਦੀ ਸਮੁੰਦਰ ਤਲ ਤੋਂ ਉਚਾਈ ਕਿੰਨੀ ਹੈ? 200 ਤੋਂ 300 ਮੀਟਰ ਤੱਕ। ਜਲੌਢੀ ਮੈਦਾਨ ਪੰਜਾਬ ਦੇ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹਨ? 70%। ਸਤਲੁਜ ਅਤੇ ਘੱਗਰ ਦਰਿਆਵਾਂ ਵਿਚਕਾਰ ਪਾਏ ਜਾਂਦੇ ਨੀਮ ਪਹਾੜੀ ਖੇਤਰ ਨੂੰ ਕਿਹੜੇ ਸ਼ਿਵਾਲਿਕ ਦਾ ਨਾਂ ਦਿੱਤਾ ਗਿਆ ਹੈ? ਰੋਪੜ ਸ਼ਿਵਾਲਿਕ। ਕਿਸੇ ਇਲਾਕੇ ਵਿੱਚ ਵਹਿਣ ਵਾਲੇ ਦਰਿਆਵਾਂ ਅਤੇ ਨਹਿਰਾਂ ਦੇ ਜਾਲ ਨੂੰ ਕੀ ਕਹਿੰਦੇ ਹਨ? ਜਲ ਪ੍ਰਵਾਹ।
ਤਿੱਬਤ ਵਿੱਚ ਸਿੰਧ ਨਦੀ ਨੂੰ ਕੀ ਨਾਂ ਦਿੱਤਾ ਗਿਆ ਹੈ? ਸਿੰਗੀ ਖੰਭਨ ਜਾਂ ਸ਼ੇਰ ਦਾ ਮੁੱਖ। ਸਿੰਧ ਨਦੀ ਦੀ ਕੁੱਲ ਲੰਬਾਈ ਕਿੰਨੀ ਹੈ? 2880 ਕਿਲੋਮੀਟਰ। ਬਿਆਸ ਅਤੇ ਸਤਲੁਜ ਦਰਿਆ ਕਿਸ ਸਥਾਨ 'ਤੇ ਇਕੱਠੇ ਹੁੰਦੇ ਹਨ? ਹਰੀਕੇ। ਗੰਗਾ ਨਦੀ ਦੀ ਉਤਪਤੀ ਕਿੱਥੋਂ ਹੁੰਦੀ ਹੈ? ਉੱਤਰਾਖੰਡ ਵਿੱਚ ਗੰਗੋਤਰੀ ਗੌਮੁਖ ਹਿਮ ਨਦੀ ਤੋਂ। ਬ੍ਰਹਮਪੁੱਤਰ ਨਦੀ ਦਾ ਜਨਮ ਸਥਾਨ ਦੱਸੋ? ਕੈਲਾਸ਼ ਪਰਬਤ ਲੜੀ ਵਿੱਚ। ਆਂਗਸੀ ਹਿਮ ਨਦੀ। ਦਿਹਾਂਗ, ਲੋਹਿਤ ਅਤੇ ਤੀਸਤਾ ਕਿਸ ਨਦੀ ਦੀਆਂ ਸਹਾਇਕ ਨਦੀਆਂ ਹਨ? ਬ੍ਰਹਮਪੁੱਤਰ ਦੀਆਂ। ਭਾਰਤ ਦੇ ਕਿਸ ਦਰਿਆ ਨੂੰ ਬੁੱਢੀ ਗੰਗਾ ਦਾ ਨਾਂ ਦਿੱਤਾ ਗਿਆ ਹੈ? ਗੋਦਾਵਰੀ ਨੂੰ। ਕਾਵੇਰੀ ਨਦੀ ਦੀ ਲੰਬਾਈ ਕਿੰਨੀ ਹੈ? 800 ਕਿਲੋਮੀਟਰ। ਨਰਮਦਾ, ਤਾਪਤੀ ਅਤੇ ਸਾਬਰਮਤੀ ਨਦੀਆਂ ਕਿਹੜੀ ਖਾੜੀ ਵਿੱਚ ਜਾ ਕੇ ਡਿੱਗਦੀਆਂ ਹਨ? ਖੰਬਾਤ ਦੀ ਖਾੜੀ ਵਿੱਚ। ਅਜੋਕੇ ਪੰਜਾਬ ਵਿੱਚ ਕਿੰਨੇ ਦਰਿਆ ਹਨ? 2। ਰਣਜੀਤ ਸਾਗਰ ਡੈਮ, ਥੀਮ ਸਾਗਰ ਡੈਮ ਕਿਸ ਨਦੀ 'ਤੇ ਬਣਾਏ ਗਏ ਹਨ? ਰਾਵੀ ਨਦੀ 'ਤੇ। ਉਝ ਨਦੀ ਕਿਸ ਦੀ ਸਹਾਇਕ ਨਦੀ ਹੈ? ਰਾਵੀ ਦੀ। ਪੰਡੋਹ ਅਤੇ ਪੌਂਗ ਡੈਮ ਕਿਸ ਨਦੀ 'ਤੇ ਉਸਾਰੇ ਗਏ ਹਨ? ਬਿਆਸ 'ਤੇ। ਕਾਲੀ ਵੇਈਂ ਕਿਸ ਦੀ ਸਹਾਇਕ ਨਦੀ ਹੈ? ਬਿਆਸ ਦੀ। ਭਾਖੜਾ, ਗੰਗੂਵਾਲ, ਨਾਥੱਪਾ, ਝਾਖੜੀ, ਨੰਗਲ ਅਤੇ ਕੋਟਲਾ ਡੈਮ ਕਿਸ ਦਰਿਆ 'ਤੇ ਬਣਾਏ ਗਏ ਹਨ? ਸਤਲੁਜ ਦਰਿਆ। ਭਾਖੜਾ ਨਹਿਰ ਦੀ ਲੰਬਾਈ ਕਿੰਨੀ ਹੈ? 161.36 ਕਿਲੋਮੀਟਰ। ਚਿੱਟੀ ਵੇਈਂ ਕਿਸ ਦੀ ਸਹਾਇਕ ਨਦੀ ਹੈ? ਸਤਲੁਜ ਦੀ। ਰਾਜਸਥਾਨ ਫੀਡਰ ਨਹਿਰ ਕਿਸ ਸਥਾਨ ਤੋਂ ਕੱਢੀ ਗਈ ਹੈ? ਹਰੀਕੇ ਤੋਂ। ਪੰਜਾਬ ਦੀਆਂ ਨਹਿਰਾਂ ਦੀ ਕੁੱਲ ਲੰਬਾਈ ਕਿੰਨੀ ਹੈ? 14,500 ਕਿਲੋਮੀਟਰ। ਕਿਸੇ ਥਾਂ ਦੇ ਵਿਸ਼ੇਸ਼ ਸਮੇਂ ਉੱਤੇ ਥਾਂ ਦੇ ਤਾਪਮਾਨ, ਵਰਖਾ, ਸੂਰਜੀ ਰੌਸ਼ਨੀ, ਵਾਯੂ ਦਾਬ ਅਤੇ ਪੌਣਾਂ ਦੇ ਹਾਲਾਤ ਨੂੰ ਕੀ ਕਹਿੰਦੇ ਹਨ? ਮੌਸਮ। ਕਿਸੇ ਸਥਾਨ ਦੇ 30 ਸਾਲਾਂ ਦੇ ਮੌਸਮੀ ਹਾਲਤਾਂ ਦੀ ਔਸਤ ਨੂੰ ਕੀ ਕਹਿੰਦੇ ਹਨ? ਜਲਵਾਯੂ। ਤਾਪਮਾਨ ਮਾਪਣ ਦੀ ਕਿਸੇ ਇੱਕ ਇਕਾਈ ਦਾ ਨਾਂ ਦੱਸੋ? ਸੈਂਟੀਗ੍ਰੇਡ। ਉਚਾਈ ਦੇ ਵਧਣ ਨਾਲ ਤਾਪਮਾਨ 'ਤੇ ਕੀ ਪ੍ਰਭਾਵ ਪੈਂਦਾ ਹੈ? ਤਾਪਮਾਨ ਘਟਦਾ ਹੈ। ਸੁਨਾਮੀ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ? ਜਾਪਾਨੀ ਭਾਸ਼ਾ ਤੋਂ। ਭਾਰਤ ਵਿੱਚ ਵਰਖਾ ਰੁੱਤ ਦਾ ਸਮਾਂ ਕਾਲ ਲਿਖੋ। ਮੱਧ ਜੂਨ ਤੋਂ ਸਤੰਬਰ ਤੱਕ। ਭਾਰਤ ਵਿੱਚ 90% ਵਰਖਾ ਕਿਹੜੀਆਂ ਪੌਣਾਂ ਦੁਆਰਾ ਹੁੰਦੀ ਹੈ? ਗਰਮੀ ਦੀਆਂ ਮੌਨਸੂਨ ਪੌਣਾਂ ਦੁਆਰਾ। ਮਾਨਸੂਨ ਸ਼ਬਦ ਕਿਹੜੀ ਭਾਸ਼ਾ ਦਾ ਸ਼ਬਦ ਹੈ? ਅਰਬੀ ਭਾਸ਼ਾ ਦਾ ਸ਼ਬਦ ਹੈ। ਜੰਗਲੀ ਸਰਵੇਖਣ ਵਿਭਾਗ ਦਾ ਮੁੱਖ ਦਫ਼ਤਰ ਕਿੱਥੇ ਹੈ? ਦੇਹਰਾਦੂਨ ਵਿਖੇ। ਪ੍ਰਾਣੀ ਜਗਤ ਨੂੰ ਕੀ ਨਾਂ ਦਿੱਤਾ ਜਾਂਦਾ ਹੈ? ਫੌਨਾ। ਐਬੋਨੀ, ਰੋਜ਼ਵੁੱਡ, ਬਾਂਸ ਅਤੇ ਰਬੜ, ਸਿਨਕੋਨਾ ਆਦਿ ਕਿਹੜੀ ਬਨਸਪਤੀ ਦੇ ਪੌਦੇ ਹਨ? ਊਸ਼ਨ ਸਦਾਬਹਾਰ ਦੇ। ਟੀਕ, ਸਾਲ, ਦੇਵਦਾਰ, ਖੈਰ ਆਦਿ ਕਿਸ ਬਨਸਪਤੀ ਦੇ ਪੌਦੇ ਹਨ? ਊਸ਼ਨ ਪਤਝੜੀ ਦੇ। ਡੈਲਟਾਈ ਜਾਂ ਤੱਟੀ ਇਲਾਕਿਆਂ ਵਿੱਚ ਮਿਲਣ ਵਾਲੀ ਬਨਸਪਤੀ ਨੂੰ ਕੀ ਕਹਿੰਦੇ ਹਨ? ਜਵਾਰੀ ਜਾਂ ਮੈਂਗ੍ਰੋਵ। ਭਾਰਤ ਵਿੱਚ ਥਲ 'ਤੇ ਰਹਿਣ ਵਾਲਾ ਸਭ ਤੋਂ ਵੱਡਾ ਥਣਧਾਰੀ ਜੀਵ ਕਿਹੜਾ ਹੈ? ਹਾਥੀ। ਭਾਰਤ ਦੇ ਕੌਮੀ ਪੰਛੀ ਦਾ ਨਾਂ ਦੱਸੋ? ਮੋਰ। ਏਸ਼ੀਆਈ ਕੋਇਲ ਪ੍ਰਵਾਸੀ ਪੰਛੀ ਕਿਹੜੀ ਰੁੱਤ ਵਿੱਚ ਭਾਰਤ ਆਉਂਦੀ ਹੈ? ਗਰਮੀ ਦੀ ਰੁੱਤ ਵਿੱਚ। ਜੰਗਲਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧ ਲਈ ਕਿਹੜਾ ਵਿਭਾਗ ਸਥਾਪਿਤ ਕੀਤਾ ਗਿਆ ਹੈ? ਜੰਗਲਾਤ ਵਿਭਾਗ। ਸਾਈਬੇਰੀਅਨ ਸਾਰਸ ਪ੍ਰਵਾਸੀ ਪੰਛੀ ਕਿਹੜੀ ਰੁੱਤ ਵਿੱਚ ਭਾਰਤ ਆਉਂਦਾ ਹੈ? ਸਰਦੀਆਂ ਵਿੱਚ। ਸਿਨਕੋਨਾ ਪੌਦੇ ਤੋਂ ਕਿਸ ਬਿਮਾਰੀ ਦੇ ਇਲਾਜ ਲਈ ਦਵਾਈ ਬਣਾਈ ਜਾਂਦੀ ਹੈ? ਮਲੇਰੀਆ ਲਈ। ਆਂਵਲੇ ਵਿੱਚ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ? ਵਿਟਾਮਿਨ ਸੀ। ਧਰਤੀ ਉੱਤੇ ਸਭ ਤੋਂ ਉੱਤਮ ਪ੍ਰਾਣੀ ਕੌਣ ਹੈ? ਮਨੁੱਖ। ਸਰਕਾਰੀ ਤੌਰ 'ਤੇ ਹਰ 10 ਸਾਲ ਬਾਅਦ ਕੀਤੀ ਜਾਣ ਵਾਲੀ ਆਬਾਦੀ ਦੀ ਗਿਣਤੀ ਨੂੰ ਕੀ ਕਹਿੰਦੇ ਹਨ? ਜਨਗਣਨਾ ਜਾਂ ਮਰਦਮਸ਼ੁਮਾਰੀ। ਭਾਰਤ ਵਿੱਚ ਜਨਗਣਨਾ ਕਦੋਂ ਸ਼ੁਰੂ ਕੀਤੀ ਗਈ? 1872 ਈਸਵੀ ਵਿੱਚ। ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਕਿਹੜਾ ਹੈ? ਉੱਤਰ ਪ੍ਰਦੇਸ਼। ਭਾਰਤ ਦਾ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਕਿਹੜਾ ਹੈ? ਅਰੁਣਾਚਲ ਪ੍ਰਦੇਸ਼। ਸੰਸਾਰ ਆਬਾਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ? 11 ਜੁਲਾਈ ਨੂੰ। 1 ਵਰਗ ਕਿਲੋਮੀਟਰ ਵਿੱਚ ਰਹਿਣ ਵਾਲੇ ਲੋਕਾਂ ਦੀ ਸੰਖਿਆ ਨੂੰ ਕੀ ਕਹਿੰਦੇ ਹਨ? ਵਸੋਂ ਘਣਤਾ। 1 ਸਾਲ ਦੌਰਾਨ 1000 ਪਿੱਛੇ ਜਨਮ ਲੈਣ ਵਾਲੇ ਜੀਵਿਤ ਬੱਚਿਆਂ ਦੀ ਸੰਖਿਆ ਨੂੰ ਕੀ ਕਹਿੰਦੇ ਹਨ? ਜਨਮ ਦਰ। 15 ਤੋਂ 64 ਸਾਲ ਦੀ ਵਿਅਕਤੀਆਂ ਦੇ ਉਮਰ ਗੁੱਟ ਨੂੰ ਕੀ ਨਾਂ ਦਿੱਤਾ ਗਿਆ ਹੈ? ਕਾਮਾ ਵਰਗ।
ਪੰਜਾਬ ਦਾ ਕਿਹੜਾ ਜ਼ਿਲ੍ਹਾ ਸਾਖਰਤਾ ਦਰ ਵਿੱਚ ਸਭ ਤੋਂ ਅੱਗੇ ਹੈ? ਹੁਸ਼ਿਆਰਪੁਰ। ਸਟੂਡੈਂਟਸ, ਮੈਂ ਉਮੀਦ ਕਰਦੀ ਹਾਂ ਤੁਹਾਡੇ ਲਈ ਇਹ ਵੀਡੀਓ ਵੀ ਕਾफ़ੀ ਹੈਲਪਫੁਲ ਰਹੇਗੀ। ਥੈਂਕਸ ਫॉर ਵਾਚਿੰਗ।